मैं तुहाडी गल नाल फिर सहमत होऊंगा जे अज ही कांग्रेस पार्टी ये फैसला करे कि असीं हुण एक वारी तां मुख मंत्री ला दिता ते 2022 ਦੇ ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਪਾਰਟੀ ਦਾ ਉਹ ਚਰਨਜੀਤ ਚੰਨੀ ਹੋਣਗੇ। ਅਕਾਲੀ ਦਲ ਨੇ ਕਿਹਾ ਸੀ ਕਿ ਜਦੋਂ ਸਾਡੀ ਸਰਕਾਰ ਬਣੂਗੀ ਅਸੀਂ ਉਦੋਂ ਉਪ ਮੁੱਖ ਮੰਤਰੀ ਲਾਵਾਂਗੇ। ਭਾਜਪਾ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਹੈ ਤਾਂ ਅਸੀਂ ਮੁੱਖ ਮੰਤਰੀ ਜਿਹੜਾ ਦਲਿਤ ਦੇ ਵਿੱਚੋਂ ਲਾਵਾਂਗੇ। ਤਾਂ ਕਾਂਗਰਸ ਨੇ ਜੇਕਰ ਅਜਿਹਾ ਪਹਿਲਾਂ ਹੀ ਕਰਤਾ ਤੇ ਠੀਕ ਹੈ ਨਾ। ਫਿਰ ਮੇਰੀ ਨਿੱਜੀ ਔਰ ਜ਼ਾਤੀ ਸੋਚ ਔਰ ਅਪਰੋਚ ਹੈ ਜਿਹੜੀ ਉਹ ਇਹ ਹੈ ਕਿ ਧਰਮਾਂ ਮਜ਼ਹਬਾਂ ਫਿਰਕਿਆਂ ਦੇ ਨਾਂ ਦੇ ਉੱਪਰ ਰਾਜਨੀਤੀ ਜਿਹੜੀ ਨਹੀਂ ਹੋਣੀ ਚਾਹੀਦੀ ਹੈਗੀ। ਜਿਹੜੇ ਦਲਿਤ ਲੀਡਰ ਨੇ ਉਹ ਮੰਤਰੀ ਬਣ ਜਾਂਦੇ ਨੇ ਕਿ ਅਸੀਂ ਦਲਿਤ ਹਾਂ ਸਾਨੂੰ ਮੰਤਰੀ ਲਾ ਦਿਓ, ਤੇ ਖੁਦ ਆਪ ਹੀ ਦਲਿਤ ਬੱਚਿਆਂ ਦੀਆਂ ਸਕਾਲਰਸ਼ਿਪਾਂ ਨੇ ਜਿਹੜੀਆਂ ਉਹ ਖਾ ਜਾਂਦੇ ਨੇ। ਕੀ ਤੁਸੀਂ ਉਹਨਾਂ ਨੂੰ ਦਲਿਤ ਮੰਨਦੇ ਹੋ? ਜੇਕਰ ਅੱਜ ਦੀ ਗੱਲ ਕਰੀਏ, ਸ਼ੁਰੂ ਸਿਆਸਤਾਂ ਤੋਂ ਹੀ ਹੁੰਦਾ ਇਹ ਜਾਤ ਪਾਤ, ਇਹ ਧਰਮ, ਇਹ ਸਾਰਾ ਕੁਝ ਉਹਨਾਂ ਤੋਂ ਹੀ ਹੁੰਦਾ। ਜੇਕਰ ਅੱਜ ਦੀ ਗੱਲ ਕਰੀਏ, ਸ਼ੁਰੂ ਸਿਆਸਤਾਂ ਤੋਂ ਹੀ ਹੁੰਦਾ ਇਹ ਜਾਤ ਪਾਤ, ਇਹ ਧਰਮ, ਇਹ ਸਾਰਾ ਕੁਝ ਉਹਨਾਂ ਤੋਂ ਹੀ ਹੁੰਦਾ। ਜੇ ਸਿੱਧਾ ਕਿਸਾਨ ਦੀ ਜ਼ਮੀਨ 'ਚੋਂ ਉਹਨੇ ਮਿੱਟੀ ਕੱਢਣੀ ਹੈ, ਉਹ ਆਪ ਲੈ ਕੇ ਜਾਊਗਾ। ਠੇਕੇਦਾਰੀ ਸਿਸਟਮ ਖਤਮ ਹੋ ਗਿਆ, ਮਾਫੀਆ ਤਾਂ ਖਤਮ ਹੋ ਗਿਆ ਨਾ, ਜਾਣੀ ਇੱਕ ਕੰਮ ਤਾਂ ਹੋ ਗਿਆ, ਇਹਨੂੰ ਮੰਨਦੇ ਹੋ? ਮੈਂ ਕਹਿੰਦਾ ਹਾਂ ਕੰਮ ਸੌਖਾ ਕਰਨਾ ਕਿ ਸਹੀ ਕਰਨਾ ਹੈ। ਅਸੀਂ ਜੋ ਕਹਿੰਦੇ ਆ, ਤੁਸੀਂ ਮੇਰਾ ਇਹਨਾਂ ਦੇ ਨਾਲ ਕਿਸੇ ਨਾਲ ਚਾਹੇ ਸੁਖਬੀਰ ਬਾਦਲ ਨਾਲ ਤੇ ਚਾਹੇ ਚੰਨੀ ਸਾਹਿਬ ਨਾਲ ਜਿਹਨਾਂ ਮਰਜ਼ੀ ਡਿਬੇਟ ਕਰਾ ਲਓ, ਮੈਂ ਕਹਿੰਦਾ ਰੇਤਾ ਵੀ ਸਸਤਾ ਮਿਲੂਗਾ ਤੇ ਪੰਜਾਬ ਦੇ ਖਜ਼ਾਨੇ 'ਚ 3-4 ਹਜ਼ਾਰ ਕਰੋੜ ਰੁਪਇਆ ਵੀ ਆਊਗਾ। ਉਹ ਮਾੜਾ ਹੈ? ਸਤਿ ਸ਼੍ਰੀ ਅਕਾਲ, ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੁਰ। ਪੰਜਾਬ ਦੀ ਨਵੀਂ ਸਰਕਾਰ ਬਣੀ, ਇਹਨੂੰ ਨਵੀਂ ਦਾ ਨਾਂ ਦੇਵਾਂਗੇ ਕਿਉਂਕਿ ਖੇਮੇ ਧੜੇਬੰਦੀਆਂ ਕਾਫੀ ਸਮੇਂ ਤੋਂ ਸੀ ਔਰ ਕਲੇਸ਼ ਵੀ ਕਾਂਗਰਸ ਦੇ ਵਿੱਚ ਕਾਫੀ ਟਾਈਮ ਤੋਂ ਸੀ। ਕਾਂਗਰਸ ਹਾਈ ਕਮਾਂਡ ਨੇ ਸ਼ਾਇਦ ਇਹ ਕਲੇਸ਼ ਖਤਮ ਕਰਨ ਦੇ ਲਈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਤਾਂ ਲਾਂਭੇ ਕਰਤਾ, ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਮੁੱਖ ਮੰਤਰੀ ਬਣਾਤਾ, ਪਰ ਵਿੱਚ ਜੋ ਪ੍ਰਕਿਰਿਆ ਚੱਲੀ, ਜੋ ਕੁਝ ਘਟਨਾਕ੍ਰਮ ਵਾਪਰੇ, ਉਹ ਮੀਡੀਆ ਤੇ ਲਗਾਤਾਰ ਤੁਸੀਂ ਵੀ ਦੇਖਦੇ ਰਹੇ ਹੋ ਕਿ ਕਿਸ ਕਿਸ ਦਾ ਨਾਮ ਆਉਂਦਾ ਰਿਹਾ, ਫਾਈਨਲ ਹੋ ਕੇ ਨਾਮ ਤੇ ਕਾਂਟਾ ਕਿਵੇਂ ਵੱਜਦਾ ਰਿਹਾ। ਹੁਣ ਚਰਨਜੀਤ ਸਿੰਘ ਚੰਨੀ ਹੋਰੀ ਮੁੱਖ ਮੰਤਰੀ ਬਣ ਗਿਆ। ਵਿਰੋਧੀ ਧਿਰਾਂ ਦੇ ਰਿਐਕਸ਼ਨ ਕੀ ਨੇ, ਵਿਰੋਧੀ ਧਿਰਾਂ ਕਿਵੇਂ ਸੋਚਦੀਆਂ? ਕਿਉਂਕਿ ਪ੍ਰੈਜ਼ੈਂਟ ਕਰ ਰਹੀ ਹੈ ਕਾਂਗਰਸ ਕਿ ਸਾਡੇ ਵੱਲੋਂ ਇੱਕ ਅਜਿਹੇ ਇਮਾਨਦਾਰ ਬੰਦੇ ਨੂੰ ਲੱਭ ਕੇ ਮੁੱਖ ਮੰਤਰੀ ਬਣਾਇਆ ਗਿਆ ਜਿਸ ਦਾ ਪਿਛੋਕੜ ਕੋਈ ਬਹੁਤ ਵੱਡਾ ਨਹੀਂ ਰਿਹਾ। ਜਾਣੀ ਇਹ ਕਹਿ ਲਈਏ ਕਿ ਸ਼ੁਰੂ ਤੋਂ ਹੀ ਉਹਨਾਂ ਦੇ ਘਰ ਦੇ ਵਿੱਚ ਬੱਤੀਆਂ ਵਾਲੀਆਂ ਗੱਡੀਆਂ ਨਹੀਂ ਸੀ। ਇੱਕ ਗਰੀਬ ਘਰ ਦੇ ਵਿੱਚੋਂ ਉੱਠਿਆ ਹੋਇਆ ਬੰਦਾ ਜੋ ਪਹਿਲਾਂ MC ਬਣਦਾ, ਹੁਣ CM ਤੱਕ ਦਾ ਜਿਹੜਾ ਸਫ਼ਰ ਤੈਅ ਕਰਦਾ। ਪਰ ਵਿਰੋਧੀ ਧਿਰਾਂ ਇਸ 'ਤੇ ਕੀ ਸੋਚਦੀਆਂ? ਮੇਰੇ ਨਾਲ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਜੀ ਆ। ਅਰੋੜਾ ਸਾਹਿਬ, ਕਿਵੇਂ ਦੇਖਦੇ ਹੋ? ਕਾਂਗਰਸ ਕਹਿੰਦੀ ਬੜੇ ਇਮਾਨਦਾਰ ਬੰਦੇ ਨੂੰ ਔਰ ਇੱਕ ਗਰੀਬ ਘਰ ਦੇ ਬੰਦੇ ਨੂੰ ਅਸੀਂ ਚੁੱਕ ਕੇ ਰਾਜੇ ਨੂੰ ਲਾਂਭੇ ਕਰਕੇ ਉਹਨਾਂ ਦੀ ਕੁਰਸੀ 'ਤੇ ਬਿਠਾਤਾ ਕਿ ਠੀਕ ਹੈ, ਚੰਗਾ ਹੈ ਕਿ ਪੰਜਾਬ ਦੇ ਲਈ ਇਹ ਹੋਣਾ ਜਾਂ ਲੋਕਤੰਤਰ ਦੇ ਵਿੱਚ ਇਹ ਹੋਣਾ ਠੀਕ ਮੰਨਦੇ, ਉਹਨੂੰ ਠੀਕ ਵਰਤਾ? ਦੇਖੋ, ਬਿਲਕੁਲ ਠੀਕ ਹੈ ਜੀ। ਲੋਕਤੰਤਰ ਦੀ ਡੈਮੋਕ੍ਰੇਸੀ ਦੀ ਇਹੀ ਖੂਬੀ ਹੁੰਦੀ ਹੈ ਕਿ ਚਾਹੇ ਰਾਜਾ ਹੋਵੇ, ਚਾਹੇ ਰੰਕ ਹੋਵੇ, ਚਾਹੇ ਕੋਈ ਵੱਡਾ ਹੋਵੇ, ਛੋਟਾ ਹੋਵੇ, ਅਮੀਰ ਹੋਵੇ, ਗਰੀਬ ਹੋਵੇ, ਉਹਨਾਂ ਸਾਰਿਆਂ ਨੂੰ ਰਾਈਜ਼ ਕਰਨ ਦਾ ਮੌਕਾ ਜਿਹੜਾ ਉਹ ਬਰਾਬਰ ਮਿਲਣਾ ਚਾਹੀਦਾ। ਇਹੀ ਡੈਮੋਕ੍ਰੇਸੀ ਦੀ ਖੂਬਸੂਰਤੀ ਹੈ। ਹੁਣ ਜਿੱਥੇ ਤੱਕ ਰਹੀ ਚੰਨੀ ਸਾਹਿਬ ਦੀ, ਚੰਨੀ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਨੇ। ਅਸੀਂ ਉਹਨਾਂ ਉਹਨਾਂ ਨੂੰ ਸ਼ੁਭ ਇੱਛਾਵਾਂ ਨੇ ਜਿਹੜੀਆਂ ਉਹ ਜ਼ਾਤੀ ਤੌਰ 'ਤੇ ਵੀ ਅਤੇ ਪਾਰਟੀ ਦੇ ਪੱਧਰ ਦੇ ਉੱਪਰ ਵੀ ਅਸੀਂ ਉਹਨਾਂ ਨੂੰ ਦਿੰਦੇ ਹਾਂ। ਪਰ ਨਾਲ ਹੀ ਮੈਂ ਜਿਹੜੀ ਤੁਸੀਂ ਗੱਲ ਕੀਤੀ ਕਿ ਇੱਕ ਗਰੀਬ, ਇੱਕ ਆਮ ਆਦਮੀ ਨੂੰ ਮੁੱਖ ਮੰਤਰੀ ਕਾਂਗਰਸ ਨੇ ਬਣਾ ਦਿੱਤਾ, ਮੈਂ ਥੋੜ੍ਹਾ ਜਿਹਾ ਇਹਦੇ ਬਾਰੇ ਤੁਹਾਡੇ ਨਾਲ ਮੈਂ ਡਿਫਰ ਕਰਦਾ। ਉਹ ਇਸ ਤਰੀਕੇ ਨਾਲ ਡਿਫਰ ਕਰਦਾ ਕਿ ਜੇ ਤਾਂ ਚਰਨਜੀਤ ਸਿੰਘ ਚੰਨੀ ਪਹਿਲੇ ਮਿੰਟ ਤੋਂ ਹੀ ਕਾਂਗਰਸ ਪਾਰਟੀ ਦੀ ਅਤੇ ਸਾਰੀ ਲੀਡਰਸ਼ਿਪ ਦੀ ਪਹਿਲੀ ਚੋਇਸ ਹੁੰਦੇ, ਫਿਰ ਤਾਂ ਇਹ ਗੱਲ ਤੁਸੀਂ ਔਰ ਮੈਂ ਕਹਿ ਸਕਦੇ ਸੀਗੇ। ਜਦੋਂ 2 ਦਿਨ ਮੀਡੀਆ ਦੇ ਵਿੱਚ ਤੁਹਾਡੇ ਸਾਥੀਆਂ ਦੇ ਜ਼ਰੀਏ ਹੀ ਸਾਰੀ ਦੁਨੀਆ ਨੇ ਦੇਖਿਆ ਕਿ ਕਿਸ ਤਰੀਕੇ ਦਾ ਤਮਾਸ਼ਾ ਜਿਹੜਾ ਉਹ ਕਾਂਗਰਸ ਪਾਰਟੀ ਦੇ ਵਿੱਚ ਚੱਲਿਆ। ਹਰੇਕ 1.5 ਘੰਟੇ ਮਗਰੋਂ, 2-2 ਘੰਟੇ ਮਗਰੋਂ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀਆਂ ਦੇ ਜਿਹੜੇ ਨਾਮ ਨੇ ਜਿਹੜੇ ਉਹ ਚੇਂਜ ਹੋ ਰਹੇ ਸੀਗੇ। ਕਦੇ ਜਾਖੜ ਸਾਹਿਬ ਦਾ, ਕਦੇ ਸੁਖੀ ਰੰਧਾਵਾ ਦਾ, ਕਦੇ ਅੰਬਿਕਾ ਸੋਨੀ ਜੀ ਦਾ, ਕਦੇ ਸਰ ਲਾਲ ਸਿੰਘ ਦਾ, ਕਦੇ ਨਵਜੋਤ ਸਿੱਧੂ ਦਾ, ਕਦੇ ਪ੍ਰਤਾਪ ਬਾਜਵਾ ਦਾ, ਕਿੰਨੇ ਨਾਮ ਨੇ ਜਿਹੜੇ ਉਹ ਚੱਲੇ। ਅਤੇ ਅਲਟੀਮੇਟਲੀ ਜਦੋਂ ਉਹਨਾਂ ਨੇ ਇੱਕ ਦੂਜੇ ਨੂੰ ਨਹੀਂ ਚੱਲਿਆ ਹੈਗਾ ਅਤੇ ਇੱਕ ਦੂਜੇ ਦੀਆਂ ਬੇੜੀਆਂ ਦੇ ਵਿੱਚ ਵੱਟੇ ਪਾਉਣ ਲਈ ਕਿਸੇ ਨੇ ਕਸਰ ਨਹੀਂ ਛੱਡੀ ਹੈਗੀ, ਅਤੇ ਅਲਟੀਮੇਟਲੀ ਉਹਨਾਂ ਸਾਰਿਆਂ ਨੂੰ ਸਬਰ ਹੈ ਜਿਹੜਾ ਉਹ ਇਸ ਗੱਲ ਦੇ ਨਾਲ ਕਰਨਾ ਪਿਆ ਕਿ ਚਲੋ ਇੱਕ ਵਾਰੀ ਇੱਕ ਗਰੀਬ ਘਰ ਦੇ
ਦੇ ਵਿੱਚੋਂ ਉੱਠ ਕੇ ਆਏ ਬੰਦੇ ਨੂੰ, ਦਲਿਤ ਨੂੰ ਤੁਸੀਂ ਸੀਐਮ ਲਾ ਦਿਓ, ਤਾਂ ਕਿ 2 ਮਹੀਨੇ ਬਾਅਦ 3 ਮਹੀਨੇ ਬਾਅਦ ਅਸੀਂ ਦੁਬਾਰਾ ਮੁੱਖ ਮੰਤਰੀਸ਼ਿਪ ਦੀ ਲੜਾਈ ਹੈ ਜਿਹੜੀ ਉਹ ਲੜਦੇ ਰਹਿ ਜਾਂਗੇ। ਮੈਂ ਤੁਹਾਡੀ ਗੱਲ ਨਾਲ ਫੇਰ ਸਹਿਮਤ ਹੋਊਂਗਾ ਜੇ ਅੱਜ ਹੀ ਕਾਂਗਰਸ ਪਾਰਟੀ ਇਹ ਫੈਸਲਾ ਕਰੇ ਕਿ ਅਸੀਂ ਹੁਣ ਇੱਕ ਵਾਰੀ ਤਾਂ ਮੁੱਖ ਮੰਤਰੀ ਲਾ ਦਿੱਤਾ ਤੇ 2022 ਦੇ ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਪਾਰਟੀ ਦਾ ਉਹ ਚਰਨਜੀਤ ਚੰਨੀ ਹੋਣਗੇ, ਫਿਰ ਤਾਂ ਆਪਾਂ ਇਸ ਗੱਲ ਨੂੰ ਦੇ ਨਾਲ ਸਹਿਮਤ ਹੋ ਸਕਦੇ ਹਾਂ ਕਿ ਭਾਈ ਠੀਕ ਹੈ, ਕਾਂਗਰਸ ਦੀ ਸੋਚ ਹੈ ਜਿਹੜੀ ਉਹ ਸੱਚੀ ਹੋਈ ਆਮ ਲੋਕਾਂ ਦੇ ਨਾਲ ਹੈਗੀ। ਪਰ ਜੇ ਸਿਰਫ ਉਹਨਾਂ ਨੇ ਇਹਨੂੰ ਸਟਾਪ ਗੈਪ ਅਰੇਂਜਮੈਂਟ ਜਾਂ ਕੀਤਾ ਹੈ, ਇੱਕ ਟੈਂਪਰੇਰੀ ਅਰੇਂਜਮੈਂਟ ਜਾਂ ਕੀਤਾ, ਤਾਂ ਫਿਰ ਮੈਂ ਸਮਝਦਾ ਕਿ ਇਹ ਕਾਂਗਰਸ ਪਾਰਟੀ ਦੀ ਚੋਇਸ ਨਹੀਂ ਸੀਗੇ, ਇਹ ਮਜਬੂਰੀ ਸੀਗੀ ਉਹਨਾਂ ਦੀ, ਤਾਂ ਕਿ ਇਹਨਾਂ ਦਾ ਜਿਹੜਾ ਫਲੌਕ ਹੈ ਉਹ ਅੱਜ ਹੀ ਨਾ ਖਿਲਰ ਜੇ। ਅਰੋੜਾ ਸਾਹਿਬ ਠੀਕ ਹੈ, ਤੁਸੀਂ ਆਪਣੇ ਅੰਦਾਜ਼ੇ ਨਾਲ ਜਾਂ ਆਪਣੇ ਹਿਸਾਬ ਦੇ ਨਾਲ ਵਿਰੋਧੀ ਧਿਰ ਹੁੰਦਿਆਂ ਤੁਸੀਂ ਇਹ ਗੱਲ ਕਹਿਣੀ ਆ, ਪਰ ਫਿਰ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਕੀ ਮੰਨਦੇ ਹੋ? ਇੱਕ ਚੰਗਾ ਸੁਨੇਹਾ ਤਾਂ ਜਾਊਗਾ ਨਾ। ਅਕਾਲੀ ਦਲ ਨੇ ਕਿਹਾ ਸੀ ਕਿ ਜਦੋਂ ਸਾਡੀ ਸਰਕਾਰ ਬਣੂਗੀ ਅਸੀਂ ਉਦੋਂ ਉਪ ਮੁੱਖ ਮੰਤਰੀ ਲਾਵਾਂਗੇ। ਭਾਜਪਾ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਹੈ ਤਾਂ ਅਸੀਂ ਮੁੱਖ ਮੰਤਰੀ ਜਿਹੜਾ ਦਲਿਤ ਦੇ ਵਿੱਚੋਂ ਲਾਵਾਂਗੇ। ਤਾਂ ਕਾਂਗਰਸ ਨੇ ਜੇਕਰ ਅਜਿਹਾ ਪਹਿਲਾਂ ਹੀ ਕਰਤਾ ਤੇ ਠੀਕ ਹੈ ਨਾ ਫਿਰ, ਕਿਉਂਕਿ ਇੱਕ ਸੁਨੇਹਾ ਹੀ ਦੇਣਾ ਹੁੰਦਾ ਲੋਕਾਂ ਨੂੰ। ਦੇਖੋ ਪੋਲੀਟਿਕਸ ਦੇ ਵਿੱਚ ਬਹੁਤ ਕੁਝ ਕਰਦੀਆਂ ਪਾਰਟੀਆਂ, ਤੁਸੀਂ ਖੁਦ ਬੜੇ ਪੁਰਾਣੇ ਆਗੂ ਹੋ, ਸੀਨੀਅਰ ਆਗੂ, ਤੁਸੀਂ ਇਹ ਲੱਗਦਾ ਨਾ ਕਿ ਕਾਂਗਰਸ ਕਿਤੇ ਨਾ ਕਿਤੇ ਉਸ ਕੰਮ ਦੇ ਵਿੱਚ ਜ਼ਰੂਰ ਕਾਮਯਾਬ ਹੋ ਗਈ ਹੈ ਜਿਹੜਾ ਪੱਤਾ ਬਾਕੀ ਪਾਰਟੀਆਂ ਦੇ ਵੱਲੋਂ ਹਾਲੇ ਖੇਡਿਆ ਜਾਣਾ ਸੀ। ਨਹੀਂ, ਨੰਬਰ ਇੱਕ ਤਾਂ ਅਸੀਂ ਜ਼ਾਤੀ ਤੌਰ 'ਤੇ ਮੈਂ ਮੰਨ ਕੇ ਚੱਲਦਾ, ਅਸੀਂ ਕੋਈ ਪੱਤੇ ਪੁੱਤੇ ਖੇਡਣ ਵਾਲੀ ਗੱਲ ਨਹੀਂ, ਅਸੀਂ ਸਾਰਿਆਂ ਨੂੰ ਬਰਾਬਰ ਰਿਪਰੈਜ਼ੈਂਟੇਸ਼ਨ ਜਿਹੜੀ ਉਹ ਦੇਣ ਦੀ ਉਹ ਗੱਲ ਕਰਦੇ ਹਾਂ। ਫਿਰ ਮੇਰੀ ਨਿੱਜੀ ਔਰ ਜ਼ਾਤੀ ਸੋਚ ਔਰ ਅਪਰੋਚ ਹੈ ਜਿਹੜੀ ਉਹ ਇਹ ਹੈ ਕਿ ਧਰਮਾਂ, ਮਜ਼ਹਬਾਂ, ਫਿਰਕਿਆਂ ਦੇ ਨਾਂ ਦੇ ਉੱਪਰ ਰਾਜਨੀਤੀ ਜਿਹੜੀ ਨਹੀਂ ਹੋਣੀ ਚਾਹੀਦੀ ਹੈਗੀ। ਕੋਈ ਹਿੰਦੂ ਚਿਹਰੇ ਦੀ ਗੱਲ ਕਰਦਾ, ਕੋਈ ਸਿੱਖ ਚਿਹਰੇ ਦੀ ਗੱਲ ਕਰਦਾ, ਕੋਈ ਦਲਿਤ ਚਿਹਰੇ ਦੀ ਗੱਲ ਕਰਦਾ ਹੈ। ਆਪਾਂ ਉਸ ਧਰਤੀ ਤੇ ਉਸ ਗੁਰੂ ਸਾਹਿਬ ਦੀ ਸਿੱਖਿਆ ਦੇ ਵਾਰਸ ਹਾਂ ਜਿਹੜੀ ਕਹਿੰਦੀ ਹੈ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਜਿਹਨੇ ਸਾਰੇ ਧਰਮਾਂ, ਮਜ਼ਹਬਾਂ, ਫਿਰਕਿਆਂ ਨੂੰ ਦੀਆਂ ਲਕੀਰਾਂ ਹੀ ਮਿਟਾ ਦਿੱਤੀਆਂ ਤੇ ਅੱਜ ਵੀ ਆਪਾਂ ਉਹਨਾਂ ਚੱਕਰਾਂ ਦੇ ਵਿੱਚ ਫਸੇ ਖੜ੍ਹੇ ਹਾਂ। ਹੋਣਾ ਇਹ ਚਾਹੀਦਾ ਕਿ ਮੈਰਿਟ ਬੇਸਡ ਹੈ ਜਿਹੜੇ ਉਹ ਫੈਸਲੇ ਹੋਣੇ ਚਾਹੀਦੇ ਨੇ। ਮੈਂ ਤੁਹਾਨੂੰ ਇੱਕ ਸਵਾਲ ਕਰਦਾ ਕਿ ਜਦੋਂ ਦਾ ਪੰਜਾਬ ਰੀਆਰਗੇਨਾਈਜ਼ ਹੋਇਆ, ਅੱਜ ਤਕਰੀਬਨ 55-56 ਸਾਲ ਨੇ ਜਿਹੜੇ ਉਹ ਹੋ ਚੁੱਕੇ ਨੇ। ਰੀਆਰਗੇਨਾਈਜੇਸ਼ਨ ਤੋਂ ਮਗਰੋਂ ਪਰਪਸ ਇਹ ਸੀਗਾ ਕਿ ਜੱਟ ਸਿੱਖ ਕਮਿਊਨਿਟੀ ਦੇ ਵਿੱਚੋਂ ਸੀਐਮ ਨੇ ਜਿਹੜੇ ਉਹ ਬਣਦੇ ਰਹੇ। ਸਰ ਪ੍ਰਕਾਸ਼ ਸਿੰਘ ਬਾਦਲ ਬਣੇ 5 ਵਾਰੀ, ਕੈਪਟਨ ਅਮਰਿੰਦਰ ਸਿੰਘ ਬਣੇ 2 ਵਾਰੀ। ਇਹਨਾਂ ਨੇ ਗੱਲ ਨਾਅਰਾ ਲਾਇਆ, ਝੰਡਾ ਬਰਦਾਰ ਬਣੇ ਇਹ ਸਿੱਖੀ ਦੇ, ਪੰਥ ਦੇ, ਕਿਸਾਨੀ ਦੇ। ਅਤੇ ਕਿੰਨੀ ਕੁ ਤਾਂ ਇਹਨਾਂ ਨੇ ਸਿੱਖੀ ਦੇ ਉੱਪਰ ਪਹਿਰਾ ਦਿੱਤਾ ਹੈ, ਕਿੰਨਾ ਕਿ ਇਹਨਾਂ ਨੇ ਕਿਸਾਨੀ ਨੂੰ ਬਚਾਉਣ ਦੇ ਲਈ ਰੋਲ ਅਦਾ ਕੀਤਾ। ਪੰਥਕ ਸਰਕਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਜੇ ਸੜਕਾਂ ਦੇ ਵਿੱਚ ਰੁਲਦੇ ਨੇ ਤੇ ਇੱਕ ਸਿੱਖ ਮੁੱਖ ਮੰਤਰੀ ਸਿਰਫ ਸੱਤਾ ਪ੍ਰਾਪਤੀ ਦੇ ਲਈ ਮੱਥੇ ਨਾਲ ਗੁਟਕਾ ਸਾਹਿਬ ਨੂੰ ਲਾ ਕੇ ਝੂਠੀਆਂ ਸਹੁੰ ਖਾ ਜਾਂਦੇ ਨੇ, ਕੀ ਤੁਸੀਂ ਉਹਨਾਂ ਨੂੰ ਸਿੱਖ ਮੰਨਦੇ ਹੋ? ਜਿਹੜੇ ਦਲਿਤ ਲੀਡਰ ਨੇ ਉਹ ਮੰਤਰੀ ਬਣ ਜਾਂਦੇ ਨੇ ਕਿ ਅਸੀਂ ਦਲਿਤ ਹਾਂ, ਸਾਨੂੰ ਮੰਤਰੀ ਲਾ ਦਿਓ, ਤੇ ਖੁਦ ਆਪ ਹੀ ਦਲਿਤ ਬੱਚਿਆਂ ਦੀਆਂ ਸਕਾਲਰਸ਼ਿਪਾਂ ਨੇ ਜਿਹੜੀਆਂ ਉਹ ਖਾ ਜਾਂਦੇ ਨੇ, ਕੀ ਤੁਸੀਂ ਉਹਨਾਂ ਨੂੰ ਦਲਿਤ ਮੰਨਦੇ ਹੋ? ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚੋਂ ਆਪਾਂ ਨੂੰ, ਪੰਜਾਬ ਨੂੰ ਬਾਹਰ ਨਿਕਲਣਾ ਪਊਗਾ। ਜਦੋਂ ਤੱਕ ਨਹੀਂ ਨਿਕਲਦੇ ਹੈਗੇ ਉਦੋਂ ਤੱਕ ਪੰਜਾਬ ਕਦੇ ਤਰੱਕੀ ਨਹੀਂ ਕਰ ਸਕਦਾ। ਨਾਲੇ ਇਹ ਕੀ ਤਰੀਕਾ ਹੋਇਆ, ਜਿਹੜਾ ਬੰਦਾ ਸਹੀ ਹੈ, ਜਿਹੜਾ ਬੰਦਾ ਡਿਜ਼ਰਵ ਕਰਦਾ ਹੈ, ਜਿਹੜਾ ਬੰਦਾ ਸਾਫ਼ ਸੁਥਰਾ ਹੈ, ਉਹ ਆਪਦੇ ਇਕੱਲੇ ਆਪਦੀ ਨਹੀਂ, ਉਹ ਸਾਰਿਆਂ ਦੀ ਗੱਲ ਕਰੂਗਾ, ਉਹ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲੇਗਾ, ਸਾਰਾ ਪੰਜਾਬ ਜਿਹੜਾ ਤਰੱਕੀ ਕਰੂਗਾ। ਜਿਹੜਾ ਇਨਕੰਪੀਟੈਂਟ ਹੈ, ਜਿਹੜਾ ਹੈ ਹੀ ਨਲਾਇਕ, ਜਿਹੜਾ ਹੈ ਹੀ ਬੇਈਮਾਨ, ਜਿਹਨੇ ਮਾਰਨੀਆਂ ਠੱਗੀਆਂ ਠੋਰੀਆਂ ਨੇ, ਉਹਨੇ ਆਪਦਿਆਂ ਨੂੰ ਵੀ ਨਹੀਂ ਬਖਸ਼ਣਾ ਹੈਗਾ। ਸੋ ਇਸ ਕਰਕੇ ਕਿਰਪਾ ਕਰਕੇ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਆਪਾਂ ਨੂੰ। ਜਿੱਥੇ ਤੱਕ ਰਿਹਾ ਆਮ ਆਦਮੀ ਪਾਰਟੀ ਦਾ ਸਵਾਲ, ਆਮ ਆਦਮੀ ਪਾਰਟੀ ਇਨਕਲੂਸਿਵ ਗਰੋਥ ਔਰ ਇਨਕਲੂਸਿਵ ਤਰੱਕੀ ਔਰ ਖੁਸ਼ਹਾਲੀ ਦੇ ਵਿੱਚ ਬਿਲੀਵ ਕਰਦੀ ਹੈ, ਜਿਹਦੇ ਵਿੱਚ ਹਰੇਕ ਬੰਦੇ ਨੂੰ ਕੰਮ ਕਰਨ ਦਾ, ਹਰੇਕ ਬੰਦੇ ਨੂੰ ਇੱਕ ਵਧੀਆ, ਇੱਜ਼ਤਦਾਰ, ਸਨਮਾਨਜਨਕ ਜ਼ਿੰਦਗੀ ਜਿਉਣ ਦਾ ਮੌਕਾ ਤੇ ਓਪਰਚੁਨਿਟੀ ਜਿਹੜੀਆਂ ਮਿਲਦੀਆਂ ਨੇ। ਠੀਕ ਹੈ ਅਰੋੜਾ ਸਾਹਿਬ, ਤੁਸੀਂ ਤੁਹਾਡੇ ਨਾਲ ਬਹੁਤ ਸਾਰੇ ਲੋਕ ਹੋਰ ਵੀ ਤੁਹਾਡੇ ਵਰਗੀ ਸਮਝ ਰੱਖਦੇ ਨੇ ਕਿ ਸਾਨੂੰ ਜੀ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ। ਪਰ ਸ਼ੁਰੂ ਜੇਕਰ ਅੱਜ ਦੀ ਗੱਲ ਕਰੀਏ, ਸ਼ੁਰੂ ਸਿਆਸਤਾਂ ਤੋਂ ਹੀ ਹੁੰਦਾ। ਇਹ ਜਾਤ ਪਾਤ, ਇਹ ਧਰਮ, ਇਹ ਸਾਰਾ ਕੁਝ ਉਹਨਾਂ ਤੋਂ ਹੀ ਹੁੰਦਾ। ਪਰ ਹੁਣ ਆਪਾਂ ਦੁਬਾਰਾ ਫੇਰ ਉਸੇ ਸਿਆਸਤ ਦੀ ਗੱਲ ਤੇ ਆ ਜਾਂਦੇ ਹਾਂ ਕਿ ਕੱਲ੍ਹ ਜਦੋਂ ਪ੍ਰੈਸ ਕਾਨਫਰੰਸ ਹੁੰਦੀ ਹੈ ਚੰਨੀ ਸਾਹਿਬ ਹੋਰਾਂ ਦੀ, ਤਾਂ ਉਹ ਕੁਝ ਐਲਾਨ ਕਰਦੇ ਨੇ ਜਿਸ ਦੇ ਵਿੱਚ ਉਹ ਕਹਿੰਦੇ ਕਿ ਗਰੀਬਾਂ ਦੇ ਘਰਾਂ ਦੇ ਵਿੱਚ ਜਾਂਦਾ ਜਿਹੜਾ ਪਾਣੀ ਹੈ ਉਸ ਮੋਟਰ ਦਾ ਬਿੱਲ ਮਾਫ ਕਰਤਾ ਤੇ ਲੋਕਾਂ ਨੂੰ ਜਿਹੜਾ ਪਿੰਡਾਂ ਦੇ ਵਿੱਚ ਪਾਣੀ ਮਿਲਦਾ ਸਮਝੋ ਉਹ ਵੀ ਮਾਫ ਹੈ।
ਹੁਣ ਉਹ ਕਹਿੰਦੇ ਨੇ ਕਿ ਬਿਜਲੀ ਦੇ ਬਿੱਲ ਵੀ ਜਿਹੜੇ ਜੇ ਕਿਸੇ ਨੂੰ ਬਹੁਤ ਜ਼ਿਆਦਾ ਆਏ ਨੇ, ਜਿਵੇਂ ਤੁਹਾਡਾ ਵੀ ਨਾਅਰਾ ਰਿਹਾ ਕਿ ਜਿਨ੍ਹਾਂ ਦੇ ਬਹੁਤ ਜ਼ਿਆਦਾ ਬਿਜਲੀ ਦੇ ਬਿੱਲ ਆਏ ਉਹ ਤੁਹਾਡੀ ਸਰਕਾਰ ਆਉਣ 'ਤੇ ਮਾਫ ਕਰਾਂਗੇ, ਤੇ ਉਹਨਾਂ ਨੇ ਕਰਤੇ। ਜਾਣੀ ਉਹਨਾਂ ਨੇ ਕੱਲ੍ਹ ਦਾ ਦਿਨ ਜਿਹੜਾ ਸੀਗਾ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਗਰੀਬ ਵਰਗ ਨੂੰ ਨਿਸ਼ਾਨਾ ਬਣਾ ਕੇ ਕਹਿ ਲਓ ਜਾਂ ਉਹਨਾਂ ਨੂੰ ਮੁੱਖ ਰੱਖ ਕੇ ਕੱਲ੍ਹ ਦੇ ਜਿਹੜੇ ਐਲਾਨ ਕੀਤੇ ਆ, ਹੁਣ ਇਹ ਸੰਕੇਤ ਕੀ ਦਿੰਦਾ? ਸੰਕੇਤ ਤਾਂ ਫਿਰ ਇਹੀ ਦਿੰਦਾ ਨਾ ਕਿ ਕਾਂਗਰਸ ਨੇ ਇੱਕ ਪੱਤਾ ਹੀ ਖੇਡਿਆ ਔਰ ਬਾਕੀ ਪਾਰਟੀਆਂ ਵੀ ਕਿਤੇ ਨਾ ਕਿਤੇ ਖੇਡਣਾ ਚਾਹੁੰਦੀਆਂ ਸੀ। ਬਾਹਰ ਕਿਵੇਂ ਆਇਆ ਜਾਊਗਾ? ਐਗਰੀਡ, ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਕਿ ਉਹਨਾਂ ਨੇ ਪੱਤਾ ਖੇਡਿਆ, ਪਰ ਸਾਡੇ ਕਾਰਨ ਤੇ ਉਹਨਾਂ ਦੇ ਕਾਰਨ ਦੇ ਵਿੱਚ ਇੱਕ ਫਰਕ ਹੈ। ਉਹ ਫਰਕ ਇਹ ਹੈ ਕਿ ਉਹਨਾਂ ਨੇ ਤਾਂ ਸਿਰਫ ਕਿਉਂਕਿ ਵੋਟਾਂ ਸਿਰ 'ਤੇ ਨੇ 2 ਮਹੀਨੇ ਪੌਣੇ 5 ਸਾਲ ਪਹਿਲਾਂ ਕੀਤਾ ਕੁਛ ਨਹੀਂ ਹੈਗਾ, ਹੁਣ 2 ਮਹੀਨੇ ਲਈ ਉਹਨਾਂ ਨੇ ਕਰ ਦਿੱਤਾ। ਮੇਰੇ ਖਿਆਲ ਦੇ ਵਿੱਚ ਮਹਿਜ਼ ਇੱਕ ਜਾਂ ਦੋ ਬਿੱਲ ਨੇ ਜਿਹੜੇ ਉਹ ਬਿਜਲੀ ਦੇ ਹੋਰ ਆਉਣੇ ਨੇ, ਉਹ ਤੋਂ ਮਗਰੋਂ ਫਿਰ ਇਲੈਕਸ਼ਨਾਂ ਨੇ ਜਿਹੜੀਆਂ ਉਹ ਆ ਜਾਣੀਆਂ ਨੇ। ਜਿਹੜੀਆਂ ਚੀਜ਼ਾਂ ਮਾਫ ਕੀਤੀਆਂ ਨੇ ਉਹਦੇ ਨਾਲ ਸਿੱਧਾ ਬੋਝ ਹੈ ਜਿਹੜਾ ਉਹ ਪੰਜਾਬ ਦੇ ਖਜ਼ਾਨੇ 'ਤੇ ਪਊਗਾ। ਅਸੀਂ ਇਹ ਤਰੀਕੇ ਨਾਲ ਪਲਾਨ ਕਰਦੇ ਹਾਂ ਕਿ ਅਸੀਂ ਲੋੜਵੰਦਾਂ ਨੂੰ, ਗਰੀਬਾਂ ਨੂੰ ਰਾਹਤ ਤਾਂ ਦਈਏ, ਪਰ ਉਹਦੇ ਉੱਪਰ ਖਜ਼ਾਨੇ ਦੇ ਬੋਝ ਨਾ ਪਵੇ। ਜਿਹੜਾ ਮਾਫੀਆ ਚੱਲ ਰਿਹਾ ਹੈ ਉਹ ਮਾਫੀਏ ਨੂੰ ਖਤਮ ਕਰਕੇ ਉਹਨੂੰ ਜੜੋਂ ਪੱਟ ਕੇ ਉਹਨੂੰ ਪਲੱਗ ਇਨ ਕਰਕੇ, ਜਿਹੜੇ ਲੂਪ ਹੋਲਸ ਨੇ ਉਹਨਾਂ ਨੂੰ ਪਲੱਗ ਇਨ ਕਰਕੇ ਮਾਫੀਆ ਵਾਲਾ, ਕਰਪਸ਼ਨ ਵਾਲਾ ਪੈਸਾ ਜਿਹੜਾ ਉਹ ਬਚਾਈਏ ਤੇ ਉਹਦੇ ਨਾਲ ਲੋਕਾਂ ਨੂੰ, ਗਰੀਬਾਂ ਨੂੰ ਰਾਹਤ ਹੈ ਜਿਹੜੀ ਉਹ ਦਿੱਤੀ ਜਾਵੇ। ਇਹਨਾਂ ਨੇ ਅੱਜ ਹੀ ਕਰ ਦਿੱਤਾ ਕਿ ਯੂਨਿਟ 300 ਮਾਫ ਜੀ। ਇਹ ਕਿਉਂ ਨਾ ਕੀਤਾ ਜੀ ਕਿ ਜਿਹੜਾ ਮਾਫੀਆ ਚੱਲ ਰਿਹਾ ਹੈ, ਅਸੀਂ ਕੱਲ੍ਹ ਕੈਬਨਿਟ ਦੇ ਮੀਟਿੰਗ ਦੇ ਵਿੱਚ 3 ਪ੍ਰਾਈਵੇਟ ਥਰਮਲਾਂ ਬਾਰੇ ਕੋਈ ਗੱਲ ਨਹੀਂ ਕੀਤੀ। ਰੇਤੇ ਦੀ ਗੱਲ ਕੀਤੀ ਕਿ ਰੇਤੇ ਦੀਆਂ ਖੱਡਾਂ ਨੇ ਜਿਹੜੀਆਂ ਉਹ ਆਮ ਜਿਹੜੀ ਪਬਲਿਕ ਜਿਹਦੀ ਜ਼ਮੀਨ ਹੈ ਉਹ ਰੇਤਾ ਕੱਢ ਲਓ, ਉਹਦੇ ਨਾਲ ਪੰਜਾਬ ਦੇ ਖਜ਼ਾਨੇ ਦਾ, ਪੰਜਾਬ ਦਾ ਖਜ਼ਾਨਾ ਕੀ ਤੇ ਪੰਜਾਬ ਦੇ ਲੋਕਾਂ ਦਾ, ਉਹਦੇ 'ਚ 300 ਕਰੋੜ ਰੁਪਏ ਜਿਹੜਾ ਘੱਟ ਆਉਣਾ ਸ਼ੁਰੂ ਹੋ ਜਾਊਗਾ। ਨੋ ਡਾਊਟ ਹੋ ਸਕਦਾ ਰੇਤਾ ਮਾੜਾ ਮੋਟਾ ਸਸਤਾ ਹੋ ਜੇ, ਪਰ 300 ਕਰੋੜ ਰੁਪਏ ਜਿਹੜਾ ਇਕੱਠਾ ਨਹੀਂ ਹੋਊਗਾ ਉਹ ਵੀ ਪੰਜਾਬ ਦੇ ਖਜ਼ਾਨੇ ਦਾ ਹੈ। ਜੇ ਸਹੀ ਮਾਇਨੇ ਦੇ ਵਿੱਚ ਇਹ ਸਿੰਸੀਅਰ ਸੀਗੇ ਤੇ ਕੱਲ੍ਹ ਹੀ ਇਹਨਾਂ ਨੂੰ ਉਹ ਫੈਸਲਾ ਕਰਨਾ ਚਾਹੀਦਾ ਜਿਹਨੂੰ ਪਿਛਲੇ 3.5 ਪੌਣੇ 4 ਸਾਲਾਂ ਤੋਂ ਨਵਜੋਤ ਸਿੰਘ ਸਿੱਧੂ ਜੀ ਕਹਿੰਦੇ ਆ ਰਹੇ ਨੇ ਕਿ ਤੇਲੰਗਾਨਾ ਮਾਡਲ ਹੈ ਜਿਹੜਾ ਉਹ ਮੈਂ ਦੇਖ ਕੇ ਆਇਆ ਸੀਗਾ, ਉਹ ਲਾਗੂ ਕਰੋ। ਉਹ ਕਿਉਂ ਨਹੀਂ ਕੀਤਾ? ਉਹਦੇ ਨਾਲ 4000 ਕਰੋੜ ਵਿੱਚ ਤੇਲੰਗਾਨਾ ਕਮਾ ਸਕਦਾ ਹੈ ਤੇ ਪੰਜਾਬ ਵੀ 4 ਨਹੀਂ ਕਮਾ ਲੂਗਾ, 3000 ਕਰੋੜ ਕਮਾ ਲੂਗਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੀ ਉੱਪਰਲੀ ਜੇਬ 'ਚੋਂ ਪੈਸੇ ਕੱਢ ਕੇ ਨਿਚਲੀ ਜੇਬ 'ਚ ਪੈਸੇ ਪਾਉਣ ਦੇ ਨਾਲ ਮੈਂ ਵਾਹ ਖੱਟੀ ਜਾਵਾਂਗੀ, ਦੇਖ ਵੀ ਮੈਂ ਤੇਰੀ ਜੇਬ ਭਰਤੀ, ਇਹ ਕਿੱਥੋਂ ਦੀ ਸਿਆਣਪ ਹੈ? ਪਰ ਇਹਦੇ ਵਿੱਚ ਉੱਪਰਲੀ ਜੇਬ 'ਚੋਂ ਤਾਂ ਪੈਸੇ ਕੱਢੇ ਹੀ ਨਹੀਂ। ਜੇ ਸਿੱਧਾ ਕਿਸਾਨ ਦੀ ਜ਼ਮੀਨ 'ਚੋਂ ਉਹਨੇ ਮਿੱਟੀ ਕੱਢਣੀ ਆ, ਉਹ ਆਪ ਲੈ ਕੇ ਜਾਊਗਾ। ਠੇਕੇਦਾਰੀ ਸਿਸਟਮ ਖਤਮ ਹੋ ਗਿਆ, ਮਾਫੀਆ ਤਾਂ ਖਤਮ ਹੋ ਗਿਆ ਨਾ। ਜਾਣੀ ਇੱਕ ਕੰਮ ਤਾਂ ਹੋ ਗਿਆ, ਇਹਨੂੰ ਮੰਨਦੇ ਹੋ। ਖਜ਼ਾਨੇ ਦੀ ਜ਼ਿੰਮੇਵਾਰੀ ਸਰਕਾਰ ਦੀ, ਉਹ ਕਿਤੋਂ ਹੋਰ ਭਰ ਲੈਣਗੇ, ਪਰ ਇੱਕ ਕੰਮ ਤਾਂ ਸੌਖਾ ਹੋਇਆ। ਮੈਂ ਕਹਿੰਦਾ ਹਾਂ, ਕੰਮ ਸੌਖਾ ਕਰਨਾ ਕਿ ਸਹੀ ਕਰਨਾ? ਮੈਂ ਇਹ ਨਹੀਂ ਕਹਿੰਦਾ ਹੈਗਾ। ਚਾਹੁੰਦੇ ਨੇ ਕਿ ਸਾਨੂੰ ਸਸਤਾ ਮਿਲੇ। ਮੈਂ ਕਹਿੰਦਾ ਤੁਸੀਂ ਅਸੀਂ ਜੋ ਕਹਿੰਦੇ ਆ, ਤੁਸੀਂ ਮੇਰਾ ਇਹਨਾਂ ਦੇ ਨਾਲ ਕਿਸੇ ਨਾਲ, ਚਾਹੇ ਸੁਖਬੀਰ ਬਾਦਲ ਨਾਲ ਤੇ ਚਾਹੇ ਚੰਨੀ ਸਾਹਿਬ ਨਾਲ, ਜਿਹਨਾਂ ਮਰਜ਼ੀ ਡਿਬੇਟ ਕਰਾ ਲਓ। ਮੈਂ ਕਹਿੰਦਾ ਰੇਤਾ ਵੀ ਸਸਤਾ ਮਿਲੂਗਾ ਤੇ ਪੰਜਾਬ ਦੇ ਖਜ਼ਾਨੇ 'ਚ 3-4 ਹਜ਼ਾਰ ਕਰੋੜ ਰੁਪਇਆ ਵੀ ਆਊਗਾ। ਉਹ ਮਾੜਾ ਹੈ? ਮੈਂ ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ, ਮੈਂ ਤਾਂ ਉਹੀ ਡਿਮਾਂਡ ਕਰ ਰਿਹਾ। ਮੈਂ ਇਹ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਸੀਗਾ ਕਿ ਰੱਖ ਲਓ। ਸੁੱਖ ਸਰਕਾਰੀ ਜੀ ਕੋਲ ਮਹਿਕਮਾ ਸੀਗਾ, ਉਹ ਕਹਿੰਦੇ ਨਹੀਂ ਉਹ ਤਾਂ ਰਿਪੋਰਟ ਸੀ ਜਿਹੜੀ ਉਹ ਤਾਂ ਬੜੀ ਬੇਕਾਰ ਜੀ ਸੀ, ਜਿਹੜੀ ਉਹ ਚੱਕ ਕੇ ਡਸਟਬਿਨ ਦੇ ਵਿੱਚ ਪਾ ਰੱਖੀ ਹੈ। ਉਹ ਭਾਈ ਹੁਣ ਤਾਂ ਤੁਹਾਡੀ ਸਾਰਿਆਂ ਦੀ, ਤੁਸੀਂ ਯੂ ਆਲ ਆਰ ਔਨ ਦਾ ਸੇਮ ਪੇਜ, ਤੁਸੀਂ ਸਾਰੇ ਇਕੱਠੇ ਹੀ ਹੋ। ਹੁਣ ਤਾਂ ਉਹ ਰਿਪੋਰਟ ਟੇਬਲ ਕਰੋ ਤੇ ਦੱਸੋ ਉਸ 'ਚ ਕੀ ਹੈ ਤੇ ਉਹ ਇੰਪਲੀਮੈਂਟ ਕਰੋ। ਨਾਲੇ ਖਜ਼ਾਨੇ 3-4 ਹਜ਼ਾਰ ਕਰੋੜ ਆਵੇ, ਨਾਲੇ ਲੋਕਾਂ ਨੂੰ ਰੇਤਾ ਸਸਤਾ ਮਿਲੇ। ਉਹ 'ਚ ਗਲਤ ਕੀ ਆ? ਆਖਰੀ ਸਵਾਲ ਆ ਤੁਹਾਡਾ, ਟਾਈਮ ਕਾਫੀ ਲੈ ਲਿਆ। ਜੋ ਕੁਝ ਕਿਹਾ, ਹੁਣ ਸਿੱਧੇ ਤੌਰ ਤੇ ਲੋਕਾਂ ਦਾ ਨਿਸ਼ਾਨਾ ਇਹ ਹੈ ਕਿ ਬੇਅਦਬੀ ਵਾਲਾ ਮਾਮਲਾ ਹੱਲ ਕਦੋਂ ਹੁੰਦਾ। ਬਾਕੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਵਾਸਤੇ ਸਮਾਂ ਉਹਨਾਂ ਕੋਲੇ ਹੋ ਸਕਦਾ, ਪਰ ਇਹਦੇ ਲਈ ਸਮਾਂ ਬਹੁਤ ਘੱਟ ਹੈ ਬੇਅਦਬੀ ਦਾ ਮਾਮਲਾ। ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਖੁਦ ਕਹਿੰਦੇ ਰਹੇ ਕਿ ਦੇਖੋ ਜੀ ਕੈਪਟਨ ਅਮਰਿੰਦਰ ਸਿੰਘ ਨੇ ਸਾਡੀ ਗੱਲ ਨਹੀਂ ਸੁਣੀ ਸੀ, ਇਸ ਕਰਕੇ ਉਹ ਮਸਲਾ ਹੱਲ ਨਹੀਂ ਹੋਇਆ। ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਨਹੀਂ ਸੀ। ਹੁਣ ਤਾਂ ਸੁਖਜਿੰਦਰ ਸਿੰਘ ਰੰਧਾਵਾ ਵੀ ਉਪ ਮੁੱਖ ਮੰਤਰੀ ਆ। ਕੀ ਉਮੀਦ ਰੱਖਦੇ ਹੋ ਇੱਕ ਓਪੋਜੀਸ਼ਨ ਦੇ ਤੌਰ ਤੇ? ਤੁਸੀਂ ਕੀ ਸੋਚਦੇ ਹੋ ਕਿ 2.5 ਮਹੀਨੇ ਦਾ ਸਮਾਂ ਜਿਹੜਾ ਸਰਕਾਰ ਕੋਲੇ ਹੈਗਾ ਤੇ ਉਹੀ ਪਾਰਟੀ ਹੈ ਸਾਰੀ ਜਿਹੜੀ ਕਹਿੰਦੀ ਸੀ ਕਿ ਕੈਪਟਨ ਨੇ ਨਹੀਂ ਕੀਤਾ ਅਸੀਂ ਕਰਾਂਗੇ, ਹੋ ਸਕਦਾ ਹੱਲ? ਹੋਣ ਨੂੰ ਤਾਂ ਜੇ ਨੀਅਤ ਸੱਚੀ ਹੋਵੇ ਸਾਰਾ ਕੁਝ ਹੋ ਸਕਦਾ। ਵੇਅਰ ਦੇਰ ਇਜ਼ ਵਿਲ ਦੇਰ ਇਜ਼ ਵੇ, ਜਹਾਂ ਚਾਹ ਵਾਹਾਂ ਰਾਹ। ਕਰਨਾ ਚਾਹੁਣ ਤਾਂ ਸਾਰਾ ਕੁਝ ਹੋ ਸਕਦਾ। ਮੇਰੀਆਂ ਸ਼ੁਭ ਇੱਛਾਵਾਂ ਵੀ ਇਹਨਾਂ ਦੇ ਨਾਲ ਹੈਗੀਆਂ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨੇ ਜਿਹੜੀਆਂ ਦਿੱਤੀਆਂ ਜਾਣ ਤੇ ਲੋਕਾਂ ਦੇ ਜਿਹੜੇ ਜ਼ਖਮ ਅੱਲੇ ਪਏ ਨੇ ਉਹਨਾਂ ਤੇ ਮੱਲਮ ਹੈ ਜਿਹੜੀ ਉਹ ਲਾਈ ਜਾਵੇ। ਪਰ ਗੱਲ ਇਹ ਹੈ ਕਿ ਇਹਨਾਂ ਲਈ ਹੁਣ ਇਹ ਗੁਰੂ ਸਾਹਿਬ ਪ੍ਰਤੀ ਜ਼ਿੰਮੇਵਾਰੀ ਆਪਦੀ ਪਹਿਲ ਦੇ ਤੌਰ ਦੇ ਉੱਪਰ ਨਿਭਾਉਂਦੇ ਨੇ।
ਜਾਂ ਇਹ ਆਪਦੀਆਂ ਵੋਟਾਂ ਵਾਲੇ ਪਾਸੇ ਝਾਕ ਜ਼ਿਆਦਾ ਰੱਖਦੇ ਨੇ, ਇਹ ਤਾਂ ਹੁਣ ਉਹਨਾਂ ਦੇ ਉੱਪਰ ਡਿਪੈਂਡ ਹੈ। ਪਰ ਫਿਰ ਵੀ ਮੇਰੀਆਂ ਗੁੱਡ ਵਿਸ਼ੇਸ, ਮੇਰੀਆਂ ਬੈਸਟ ਵਿਸ਼ੇਸ ਉਹਨਾਂ ਦੇ ਨਾਲ ਨੇ। ਬਹੁਤ ਧੰਨਵਾਦ। ਤਾਂ ਸਨ ਸਾਡੇ ਨਾਲ ਅਮਨ ਅਰੋੜਾ ਜੀ। ਸਿੱਧੇ ਤੌਰ ਤੇ ਉਹਨਾਂ ਕਿਹਾ ਕਿ ਠੀਕ ਹੈ, ਸਰਕਾਰ ਦੇ ਵਿੱਚ ਆਏ ਨੇ ਚਰਨਜੀਤ ਸਿੰਘ ਚੰਨੀ ਹੋਰੀ, ਉਹਨਾਂ ਨੇ ਆਪਣੇ ਤੌਰ ਤੇ ਕੁਝ ਖਾਸੇ ਜ਼ਰੂਰ ਰੱਖੇ ਕਿ ਜੇਕਰ ਚਰਨਜੀਤ ਸਿੰਘ ਚੰਨੀ ਪਹਿਲਾਂ ਹੀ ਡਿਜ਼ਰਵ ਕਰਦੇ ਸੀ ਤਾਂ ਇਹਨਾਂ ਭੰਬਲ ਭੂਸਾ ਵਿੱਚ ਨਹੀਂ ਪੈਣਾ ਚਾਹੀਦਾ ਸੀ। ਤੇ ਨਾਲ ਹੀ ਉਹਨਾਂ ਕਿਹਾ ਕਿ ਠੀਕ ਹੈ, ਬੇਅਦਬੀ ਦਾ ਮਾਮਲਾ ਹੱਲ ਹੋਣਾ ਚਾਹੀਦਾ, ਪਰ ਉਹਦੇ ਲਈ ਜੇਕਰ ਨੀਤ ਸਾਫ਼ ਹੈ ਤਾਂ ਹੀ ਹੋਏਗਾ, ਤੇ ਜੇਕਰ ਵੋਟ ਦੀ ਰਾਜਨੀਤੀ ਆ ਤਾਂ ਫਿਰ ਮੁਸ਼ਕਲ ਹੈ। ਆਪਣੇ ਸਹਿਯੋਗੀ ਗਗਨ ਭਾਰਤੀ ਦੇ ਨਾਲ ਮੈਂ ਰਵੀ ਸੰਗਰਾਹੁਰ, ਦਾ ਅਨਮਿਊਟ, ਚੰਡੀਗੜ੍ਹ।